ਇੱਕ ਵੱਡੀ ਖਬਰ ਦਾ ਰੁਖ ਕਰਾਂਗੇ। ਪਹਿਲਾਂ ਵੱਡੀ ਖਬਰ ਹੈ ਜਿਹੜੀ ਉਹ ਸਕੂਲਾਂ ਨੂੰ ਲੈ ਕੇ ਹੈ। ਦੱਸ ਦਈਏ ਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਨੂੰ ਲੈ ਕੇ ਅੱਜ ਸਮਾਂ ਮਿੱਥਿਆ ਗਿਆ ਸੀ। ਸ਼ੁੱਕਰਵਾਰ ਦਾ ਦਿਨ ਤੈਅ ਕੀਤਾ ਗਿਆ ਸੀ। ਪ੍ਰਾਈਵੇਟ ਸਕੂਲਾਂ ਦੀ ਫੀਸ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਸੁਣਵਾਈ ਦਾ ਦਿਨ ਅੱਜ ਤੈਅ ਕੀਤਾ ਗਿਆ ਸੀ। ਤਾਂ ਸੁਣਵਾਈ ਹੋਈ ਹੈ। ਹਾਈ ਕੋਰਟ ਨੇ ਰਾਖਵਾਂ ਰੱਖਿਆ ਫੈਸਲਾ। ਅਜੇ ਕੋਈ ਫੈਸਲਾ ਨਹੀਂ ਸੁਣਾਇਆ। 70% ਫੀਸ ਨੂੰ ਲੈ ਕੇ ਵਿਵਾਦ ਹੈ और 70% फीस जी है कली ट्यूशन फी की नहीं है बल्कि सारी फीस जो होंगी है उसकी 70% है। पंजाब सरकार ने हल्फनामा दाखिल किया और साडे नाल मापियां दे वल्लों जिहड़े वकील ने फोन लाइन ते जुड़े ने चरणपाल बागड़ी जी। जी बागड़ी साहब, जानना चाहांगे उड़ीक है बहुत लंबे समय तो कि कोई फैसला आएगा, पर अज की तरीक की गल करिए तो की कुछ अज की तरीक विच होया? देखो, सब तो पहला तो जो स्टेट ऑफ पंजाब ने एफीडेविट जिहड़ा क्लैरीफाई करन वास्ते फाइल कीता है जी, ਉਹਦੇ ਤੇ ਆਰਗੂਮੈਂਟ ਹੋਏ ਨੇ। ਉਹਦੇ ਵਿੱਚ ਪੰਜਾਬ ਸਰਕਾਰ ਨੇ ਕੀ ਕਿਹਾ ਹੈ ਕਿ ਜਿਹੜੇ ਪੀਰੀਅਡ ਦੇ ਦੌਰਾਨ ਲੋਕਡਾਊਨ ਰਿਹਾ ਜੀ ਜਾਂ ਰਹੂਗਾ, ਸਪੋਜ਼ 3 ਮਹੀਨੇ 4 ਮਹੀਨੇ 5 ਮਹੀਨੇ ਜੀ, ਉਹਦੇ ਵਿੱਚ ਕੋਈ ਇਲੈਕਟ੍ਰਿਸਿਟੀ ਚਾਰजेस, ਵਾਟਰ ਚਾਰजेस, ਟਰਾਂਸਪੋਰਟੇਸ਼ਨ ਚਾਰजेस, ਮੀਲ ਚਾਰजेस ਜਿਹੜੇ ਯੂਜ਼ ਨਹੀਂ ਕੀਤੇ ਜੀ ਉਹ ਸਕੂਲ ਨਹੀਂ ਕਲੇਮ ਕਰੂਗਾ। ਠੀਕ ਹੈ। ਜਦੋਂ ਤੋਂ ਫਿਜ਼ੀਕਲ ਓਪਨ ਹੋ ਗਿਆ ਸਕੂਲ ਉਦੋਂ ਤੋਂ ਉਹ ਪ੍ਰੋ ਰਾਟਾ ਬੇਸ ਤੇ ਚਾਰਜ ਕਰ ਸਕਦਾ ਜੀ। ਇੱਕ ਦੂਜੇ ਨੰਬਰ ਤੇ ਸਕੂਲ ਹੁਣ ਇਹ ਪੀਰੀਅਡ ਦੇ ਦੌਰਾਨ ਟਿਊਸ਼ਨ ਫੀ ਲੈ ਸਕਦਾ ਜੀ। ਸਿਰਫ ਜਿਹੜੇ ਸਕੂਲਾਂ ਨੇ ਫੀ ਵਧਾਈ ਹੈ ਉਹਨਾਂ ਦੇ ਵੀ ਲਿਖਿਆ ਇਹਨਾਂ ਨੇ ਅਗੇਂਸਟ, ਕਿਉਂਕਿ ਮੇਰੀ ਵੀ ਇਹ ਮੰਗ ਸੀਗੀ ਜੋ ਟਿਊਸ਼ਨ ਫੀ ਵੀ ਪੁਰਾਣੇ ਸਾਲ ਵਾਲੀ ਚੱਲਦੀ ਪਈ ਹੈ ਉਹੀ ਰਹਿਣੀ ਚਾਹੀਦੀ ਹੈ ਜੀ। ठीक है। और इस एफीडेविट दे विच एक गल होर लिखी है कि जिहड़ा एडमिशन चार्जेस ने जी, जिहड़ा बच्चा नवा दाखिल हुंदा है ਉਹ ਤੋਂ ਇੱਕ ਵਾਰ ਐਡਮਿਸ਼ਨ ਚਾਰजेस ਲਏ ਜਾਂਦੇ ਆ। ਸਪੋਜ਼ ਇੱਕ ਸਕੂਲ ਦੇ ਵਿੱਚ ਬੱਚਾ ਪਹਿਲੀ ਦਾਖਲਾ ਲੈਂਦਾ ਜੀ 10ਵੀਂ ਤੱਕ ਉਹ ਸਕੂਲ 'ਚ ਪੜ੍ਹਦਾ, ਬਸ ਇੱਕ ਵਾਰ ਉਹ ਤੋਂ ਐਡਮਿਸ਼ਨ ਫੀਸ ਲਈ ਜਾਂਦੀ ਹੈ। ਉਹ ਵਾਲੀ ਜਿਹੜੀ ਫੀਸ ਹੈ ਐਡਮਿਸ਼ਨ ਫੀਸ ਜੀ ਸਕੂਲ ਲੈ ਸਕਦੇ ਨੇ ਜਦੋਂ ਨੋਰਮਲ ਕੰਡੀਸ਼ਨ ਹੋ ਜਾਏਗੀ ਉਹ ਤੋਂ ਬਾਅਦ। ਹੈਲੋ, ਹਾਂਜੀ ਹਾਂਜੀ ਸੁਣ ਪਾ ਰਹੀ ਹਾਂ ਔਰ ਉਸ ਤੋਂ ਬਾਅਦ ਜੋ ਹਾਂ ਮਤਲਬ ਜਿਹੜੀ ਜਿਵੇਂ ਇਹ ਵਾਲੀ ਇਸ ਸਾਲ ਦੀ ਜੋ ਨਵਾਂ ਸੈਸ਼ਨ ਸ਼ੁਰੂ ਹੈ ਇਹ ਵਾਲੀ ਐਡਮਿਸ਼ਨ ਫੀਸ ਦੀ ਗੱਲ ਕਰ ਰਹੇ ਹੋ ਕਿ ਬਾਅਦ ਦੇ ਵਿੱਚ ਜਦੋਂ ਨਾਰਮਲ ਹੋ ਜਾਏਗਾ ਉਦੋਂ ਲੈ ਸਕਦੇ ਨੇ? ਇਹ ਕਲੈਰੀਫਿਕੇਸ਼ਨ ਜਿਹੜੀ ਹੈ ਇਹ ਪੰਜਾਬ ਗਵਰਨਮੈਂਟ ਨੇ ਪੰਜਾਬ ਸਰਕਾਰ ਦੀ ਦਿੱਤੀ ਹੈ। ਇਹ ਡਿਸੀਜਨ ਨਹੀਂ ਹੈ ਕੋਰਟ ਦਾ, ਹਾਲੇ ਹਾਂਜੀ ਸਮਝ ਕੋਰਟ ਦੇ ਅੱਗੇ ਰੱਖਿਆ ਗਿਆ ਜੀ। ਬਿਲਕੁਲ ਹਾਂਜੀ। ਹੁਣ ਪ੍ਰਾਈਵੇਟ ਸਕੂਲਾਂ ਦਾ ਇੱਕ ਆਰਗੂਮੈਂਟ ਅੱਜ ਇਹ ਵੀ ਆ ਰਿਹਾ ਸੀ ਕਿ ਵੀ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦੀਆਂ ਜੌਬਸ ਟੁੱਟ ਗਈਆਂ ਨੇ ਜਾਂ ਮਤਲਬ ਉਹਨਾਂ ਦਾ ਬਿਜ਼ਨਸ ਖਤਮ ਹੋ ਗਿਆ, ਠੀਕ ਹੈ, ਅਗਰ ਇਹ ਸਾਡੇ ਕੋਲ ਆ ਕੇ ਅਪਰੋਚ ਕਰਦੇ ਆ ਤਾਂ ਅਸੀਂ ਡਿਸਕਾਊਂਟ ਦੇ ਦਾਂਗੇ। ਅੱਛਾ ਹਾਂ, ਪਰ ਆਪਾਂ ਮਤਲਬ ਪਹਿਲਾਂ ਪੇਰੈਂਟਸ ਵੱਲੋਂ ਮੇਰਾ ਤਾਂ ਜਿਹੜੀ ਬਰਾਬਰ ਰਿਟ ਫਾਈਲ ਕੀਤੀ ਹੋਈ ਹੈ ਜਿਹਦੇ ਤੇ ਸੁਣਵਾਈ ਵੀ ਹੋਈ ਹੈ ਉਹ 'ਚ ਵੱਡੀਆਂ ਕਲੀਅਰ ਜਿਹੜੀਆਂ ਨੇ ਉਹ ਡਾਇਰੈਕਸ਼ਨਸ ਮੰਗੀਆਂ ਗਈਆਂ ਨੇ ਕੋਰਟ ਤੋਂ ਕਿ ਵੀ ਜਿਹੜੇ ਛੋਟੇ ਬੱਚੇ ਨੇ ਕਿੰਡਰਗਾਰਟਨ ਤੇ ਪਲੱਸ ਮਤਲਬ ਸੈਕੰਡ ਸਟੈਂਡਰਡ ਤੱਕ ਨੇ ਉਹਨਾਂ ਤੋਂ ਜਿਹੜੇ ਬੈਠੇ ਨਹੀਂ ਸਕਦੇ, ਜਿਹਨੇ ਯੂਜ਼ ਹੀ ਨਹੀਂ ਕੀਤਾ, ਉਹਨਾਂ ਤੋਂ ਕੋਈ ਚਾਰजेस ਨਹੀਂ ਲੈਣੇ ਚਾਹੀਦੇ। ਜਿਹੜੇ ਸਕੂਲ ਆਨਲਾਈਨ ਕਲਾਸਿਸ ਦੇ ਹੀ ਨਹੀਂ ਰਹੇ ਉਹ ਕੁਝ ਵੀ ਨਹੀਂ ਲੈ ਸਕਦੇ। ਠੀਕ ਹੈ। ਜਿਹੜੇ ਉਸ ਤੋਂ ਵੱਡੇ ਬੱਚੇ ਨੇ ਉਹ ਉਹਨਾਂ ਦੇ ਪੇਰੈਂਟਸ ਤੋਂ ਵੀ ਉਹ ਫੀਸ ਲਈ ਜਾਵੇ ਜਿੰਨੀ ਉਹ ਜਿਹੜੀ ਕਲਾਸ ਦਿੰਦੇ ਨੇ ਉਹ। ਠੀਕ ਹੈ। ਕਿਸੇ ਬੱਚੇ ਦਾ ਨਾ ਸਟਰਕ ਡਾਊਨ ਨਾ ਕੀਤਾ ਜਾਵੇ, ਕਿਸੇ ਬੱਚੇ ਨੂੰ ਕਲਾਸ ਲਾਉਣ ਤੋਂ ਰੋਕਿਆ ਨਾ ਜਾਵੇ। ਠੀਕ ਹੈ। ਬਾਗੜੀ ਸਾਹਿਬ, ਕੀ ਲੱਗਦਾ ਕਿ ਅੱਜ ਜੋ ਫੈਸਲਾ ਰਾਖਵਾਂ ਰੱਖਿਆ ਕੋਰਟ ਨੇ, ਜੋ ਇਹ ਹਲਫਨਾਮਾ ਦਿੱਤਾ ਪੰਜਾਬ ਸਰਕਾਰ ਨੇ ਔਰ ਦਲੀਲ ਵੀ ਹੋਈ ਜੋ ਸਕੂਲਾਂ ਦੇ ਵੱਲੋਂ ਕਿਹਾ ਗਿਆ, ਤੁਸੀਂ ਕਿਹਾ ਹੈਗਾ, ਲੱਗਦਾ ਕਿ ਇਹ ਹੁਣ ਆਖਰੀ ਫੈਸਲਾ ਜਿਹੜਾ ਆਏਗਾ ਕਿਸ ਹਿਸਾਬ ਦੇ ਨਾਲ ਜਾਂ ਕੀ ਸਥਿਤੀ ਜਿਹੜੀ ਹੈ ਉਹ ਤੁਹਾਨੂੰ ਲੱਗੀ? ਕਿਉਂਕਿ ਹੁਣ ਤੱਕ ਜਿਹੜੀ ਹੈ ਉਹ ਸਾਰੀ ਜਾਣਕਾਰੀ ਤੁਹਾਡੇ ਕੋਲ, ਤੁਸੀਂ ਖੁਦ ਇਨਵੋਲਵ ਹੋ ਇਸ ਕੇਸ 'ਚ। ਯੈਸ, ਦੇਖੋ, ਐਸ ਪਰ ਐਸ ਦੀ ਕੰਟੈਂਸ਼ਨਸ ਐਂਡ ਦੀ ਡੀਟੇਲ ਆਰਗੂਮੈਂਟਸ ਆਰ ਕੰਸਰਨਡ, ਦੋਨਾਂ ਧਿਰਾਂ ਨੂੰ ਇਹ ਹੁੰਦਾ ਵੀ ਸਾਡੇ ਫੇਵਰ 'ਚ ਆਉਣਾ, ਸਾਡੇ ਫੇਵਰ 'ਚ ਆਉਣਾ। ਦੇਖੋ, ਮੈਂ ਤੁਹਾਨੂੰ ਦੱਸਦਾ, ਮੈਂ 4 ਕੋਰਟ ਦੇ ਜਿਹੜੇ ਫੈਸਲੇ ਨੇ ਉਹ ਨਾਲ ਨੱਥੀ ਵੀ ਕੀਤੇ ਨੇ, ਪੰਜਾਬ ਸਰਕਾਰ ਨੇ ਵੀ ਨੱਥੀ ਕੀਤੇ ਨੇ ਉਹ ਜੀ। ਔਰ ਉਹ ਮੈਂ ਜਿਵੇਂ ਉੱਤਰਾਖੰਡ ਹਾਈ ਕੋਰਟ ਦਾ 29 ਤਰੀਕ ਨੂੰ ਮੈਂ ਆਰਗੂਮੈਂਟ 'ਚ ਕਿਹਾ ਸੀ ਕਿ ਉੱਥੇ ਤਾਂ ਮਤਲਬ ਡਿਵੀਜ਼ਨ ਬੈਂਚ ਨੇ ਇੱਥੋਂ ਤੱਕ ਕਹਿਤਾ ਸੀ ਵੀ ਕੋਈ ਸਕੂਲ WhatsApp ਮੈਸੇਜ ਵੀ ਨਹੀਂ ਕਰੂਗਾ, ਉਹ ਮੇਰਾ ਨਾਲ ਲਗਾਇਆ ਹੋਇਆ ਹੈ ਨਾ। ਠੀਕ ਹੈ।
ਤੇ ਮਤਲਬ ਜਿਹੜੀ ਇਹਨਾਂ ਦੀ ਕੰਟੈਂਸ਼ਨਸ ਨੇ, ਅਸੀਂ ਨਹੀਂ ਕਹਿੰਦੇ ਵੀ ਮਤਲਬ ਜਿਹੜੇ ਬੱਚੇ ਪੜ੍ਹਨ ਦੇ ਯੋਗ ਨੇ ਔਰ ਪੜ੍ਹ ਰਹੇ ਨੇ, ਜਿੰਨੀ ਕੁ ਐਜੂਕੇਸ਼ਨ ਲੈ ਰਹੇ ਨੇ ਉਹ ਦੇਣ ਲਈ ਅਸੀਂ ਤਿਆਰ ਹੈਗੇ ਆ। ਬਾਲੀ ਸਾਹਿਬ ਜੁੜੇ ਰਹੋ ਸਾਡੇ ਨਾਲ। ਸਕੂਲ ਪੱਖ ਤੋਂ ਜਿਹੜੇ ਵਕੀਲ ਨੇ ਉਹ ਵੀ ਸਾਡੇ ਨਾਲ, ਪੁਨੀਤ ਬਾਲੀ ਜੀ ਵੀ ਮੌਜੂਦ ਨੇ ਜੀ। ਤੁਹਾਡਾ ਵੀ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ। ਕੀ ਕਹੋਗੇ ਅੱਜ ਜੋ ਵੀ ਇਹ ਦਲੀਲਾਂ ਹੋਈਆਂ ਨੇ ਆ ਪਿਛਲੀਆਂ 2 ਸੁਣਵਾਈਆਂ ਦੇ ਵਿੱਚ ਹੋਈਆਂ ਨੇ? ਹਾਂਜੀ ਜੀ, ਆਰਗੂਮੈਂਟਸ ਬੜੇ ਡਿਟੇਲ 'ਚ ਹੋਏ ਨੇ। ਕੋਰਟ ਨੇ ਬੱਚਿਆਂ ਦਾ ਪੱਖ ਜਿਹੜਾ ਹੈਗਾ ਔਰ ਸਕੂਲਾਂ ਦਾ ਪੱਖ ਸਾਰਾ ਸੁਣਿਆ ਹੈ, ਸਰਕਾਰ ਦਾ ਪੱਖ ਸੁਣਿਆ ਜੀ। ਔਰ ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਸਰਕਾਰ ਦੀ ਤਰਫੋਂ ਕੋਈ ਵੀ ਤਰ੍ਹਾਂ ਦਾ ਬੈਨੀਫਿਟ ਸਕੂਲਾਂ ਨੂੰ ਨਹੀਂ ਦਿੱਤਾ ਗਿਆ। ਸਰਕਾਰ ਦੀ ਤਰਫੋਂ ਇਹ ਕਿਹਾ ਗਿਆ ਕਿ ਸੈਲਰੀ ਤੁਸੀਂ ਪੂਰੀ ਦਿਓ ਜੀ। ਜਿੰਨਾ ਜਿਹੜੇ ਬਿੱਲਸ ਨੂੰ ਲੈ ਕੇ ਬਾਗੜੀ ਸਾਹਿਬ ਦੱਸ ਰਹੇ ਸੀ ਜਾਣਕਾਰੀ ਕਿ ਜਿਹੜਾ ਕੋਈ ਵੀ ਇਲੈਕਟ੍ਰਿਸਿਟੀ ਬਿੱਲ ਨਹੀਂ ਲਿਆ ਜਾਏਗਾ ਇਸ ਤਰ੍ਹਾਂ ਦੇ ਨਾਲ, ਜਾਂ ਮੀਲ ਚਾਰजेस ਹੋਣਗੇ ਇਸ ਤਰ੍ਹਾਂ ਦਾ। ਦੇਖੋ ਜੀ, ਇਹ ਤਾਂ ਸਰਕਾਰ ਦਾ ਐਫੀਡੇਵਿਟ ਹੈਗਾ। ਹੁਣ ਜਿਹੜੇ ਇਲੈਕਟ੍ਰਿਸਿਟੀ, ਇਹ ਤਾਂ ਨਹੀਂ ਹੈ ਕਿ ਸਕੂਲ ਅਗਰ ਚੱਲ ਨਹੀਂ ਰਹੇ ਤੇ ਜਿਹੜੇ ਟੀਚਰ ਆਨਲਾਈਨ ਕਲਾਸਿਸ ਆ ਰਹੇ ਨੇ ਉਹਨਾਂ ਦੀ ਇਲੈਕਟ੍ਰਿਸਿਟੀ ਨਹੀਂ ਚੱਲ ਰਹੀ। ਜ਼ਰੂਰ ਹੈ ਕਿ ਬਿੱਲ ਘੱਟ ਹੋ ਗਏ ਨੇ ਤੇ ਜਿੰਨੇ ਘੱਟ ਹੋ ਗਏ ਉਹਦੇ ਹਿਸਾਬ ਨਾਲ ਸੈਟਲ ਹੋ ਜਾਏਗੀ ਜੀ। ਜਿਸ ਤਰ੍ਹਾਂ ਹੁਣ ਬੱਚਿਆਂ ਨੂੰ ਮੀਲ ਨਹੀਂ ਮਿਲ ਰਿਹਾ, ਆਬਵੀਅਸਲੀ ਮੀਲ ਦੇ ਪੈਸੇ ਕੋਈ ਨਹੀਂ ਲਏਗਾ। ਲੇਕਿਨ ਤੁਸੀਂ ਇਹ ਕਹਿੰਦੇ ਹੋ ਟਰਾਂਸਪੋਰਟੇਸ਼ਨ ਚਾਰजेस ਨਹੀਂ ਲੈਣੇ। ਟਰਾਂਸਪੋਰਟੇਸ਼ਨ ਚਾਰजेस 'ਚ ਕੰਡਕਟਰ ਦੀ ਸੈਲਰੀ, ਫੀਮੇਲ ਕੰਡਕਟਰ ਦੀ ਸੈਲਰੀ, ਡਰਾਈਵਰ ਦੀ ਸੈਲਰੀ, ਪੰਜਾਬ ਦਾ ਰੋਡ ਟੈਕਸ, ਇਹ ਸਰਕਾਰ ਨੇ ਕੁਝ ਨਹੀਂ ਮਾਫ ਨਹੀਂ ਕੀਤਾ ਹੈ। ਪੁਨੀਤ ਜੀ, ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮਤਲਬ ਜੋ ਵੀ ਹਲਫਨਾਮਾ ਸਰਕਾਰ ਨੇ ਦਿੱਤਾ ਉਸ ਤੋਂ ਤੁਸੀਂ ਸੈਟੀਸਫਾਈਡ ਨਹੀਂ ਹੈਗੇ? ਬਿਲਕੁਲ ਵੀ ਸੈਟੀਸਫਾਈਡ ਨਹੀਂ ਹੈ। ਉਸ ਹਲਫਨਾਮਾ ਬਿਲਕੁਲ ਮਿਸਲੀਡਿੰਗ ਸੀਗਾ ਜੀ। ਉਹ ਤਾਂ ਜਿਹੜਾ ਇੰਪਿਊਗਡ ਆਰਡਰ ਹੈ ਉਸ ਤੋਂ ਵੀ ਬੱਤਰ ਸੀਗਾ। ਅੱਛਾ। ਔਰ ਇਹੀ ਆਪਾਂ ਕੋਰਟ ਨੂੰ ਦਰਸਾਇਆ ਜੀ ਕਿ ਬਿਲਕੁਲ ਠੀਕ ਨਹੀਂ ਸੀਗਾ, ਸਰਕਾਰ ਦਾ ਰਵੱਈਆ ਬਿਲਕੁਲ ਠੀਕ ਨਹੀਂ ਸੀਗਾ। ਕਿਉਂਕਿ ਇਹ ਬੈਲੈਂਸ ਮੇਨਟੇਨ ਕਰਨਾ ਪਏਗਾ ਕਿ ਸਕੂਲ ਨੂੰ 1 ਵੀ ਰੁਪਏ ਦੀ ਜਿਹੜੀ ਹੈਗੀ ਬੈਨੀਫਿਟ ਸਰਕਾਰ ਨਹੀਂ ਦਿੰਦੀ ਹੈ ਜੀ। ਕੀ ਲੱਗਦਾ ਜੋ ਦਲੀਲਾਂ 3 ਦਿਨ ਹੋਈਆਂ ਨੇ, ਮਤਲਬ 3 ਸੁਣਵਾਈਆਂ 'ਚ ਹੋਈਆਂ ਨੇ, ਔਰ ਸਭ ਤੋਂ ਵੱਡੀ ਗੱਲ ਇੱਥੇ ਚੰਗੀ ਇਹ ਲੱਗੀ ਸਭ ਨੂੰ ਕਿਉਂਕਿ ਹੁਣ ਇਹ ਕਾਨੂੰਨੀ ਤੌਰ ਤੇ ਹੋ ਰਿਹਾ, ਮੀਟਿੰਗਸ ਹੋਈਆਂ ਨੇ, ਨਹੀਂ ਕੋਈ ਫੈਸਲਾ ਹੋਇਆ। ਕਿਉਂਕਿ ਸਭ ਤੋਂ ਵੱਡਾ ਇਹੀ ਕਿਹਾ ਜਾ ਰਿਹਾ ਸਰਕਾਰ ਵੱਲੋਂ ਵੀ ਕਿ ਨਾ ਤਾਂ ਸਕੂਲ ਸੁਣਨ ਨੂੰ ਤਿਆਰ ਨੇ ਤੇ ਨਾ ਹੀ ਮਾਪੇ। ਇੱਕ ਸਭ ਉਮੀਦ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਇੱਕ ਜਿਹੜਾ ਬਹਿ ਕੇ ਮਸਲਾ ਹੱਲ ਹੋਏਗਾ, ਤਾਂ ਨਹੀਂ ਹੋਇਆ ਹੈਗਾ। ਹੁਣ ਜੋ ਸੁਣਵਾਈਆਂ ਹੋਈਆਂ ਨੇ ਤੁਸੀਂ ਵੀ ਆਪਣੇ ਵੱਲੋਂ ਦਲੀਲਾਂ ਰੱਖੀਆਂ ਹੋਣਗੀਆਂ, ਕੀ ਲੱਗ ਰਿਹਾ ਤੁਹਾਨੂੰ? ਮੈਂ ਬਾਗੜੀ ਸਾਹਿਬ ਨੂੰ ਵੀ ਪੁੱਛ ਰਹੀ ਸੀ ਔਰ ਸਾਡੇ ਨਾਲ ਜੁੜੇ ਵੀ ਹੋਏ ਨੇ। ਅਗਲਾ ਸਵਾਲ ਮੈਂ ਉਹਨਾਂ ਤੋਂ ਲੈ ਲਵਾਂ। ਮੈਂ ਤਾਂ ਸਰਕਾਰ ਦੇ ਰਵੱਈਏ ਤੇ ਬਹੁਤ ਹੀ ਜ਼ਿਆਦਾ ਹੈਰਾਨ ਹੈਗਾ ਜੀ। ਸਰਕਾਰ ਕਹਿੰਦੀ ਹੈ ਕਿ ਪੇਰੈਂਟਸ ਨੇ ਕੁਝ ਨਹੀਂ ਕੀਤਾ ਤੇ ਸਕੂਲਾਂ ਨੇ ਕੁਝ ਨਹੀਂ ਕੀਤਾ। ਇਹਦੇ 'ਚ ਪੇਰੈਂਟਸ ਵੀ ਸਫਰਰ ਨੇ, ਸਕੂਲ ਵਾਲੇ ਵੀ ਸਫਰਰ ਨੇ। ਕੁਐਸਚਨ ਤਾਂ ਇਹ ਸੀ ਕਿ ਸਰਕਾਰ ਨੇ ਕੀ ਕਰਨਾ ਸੀਗਾ ਜੀ। ਅੱਛਾ, ਸਰਕਾਰ ਨੇ ਤਾਂ ਇੱਕ ਪੈਸੇ ਦੀ ਮਾਫੀ ਨਹੀਂ ਦਿੰਦੀ ਟੈਕਸ ਦੀ। ਨਹੀਂ, ਜਿਹੜਾ ਸਕੂਲਾਂ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ। ਮੇਰੀ ਗੱਲ ਸੁਣੋ ਨਾ ਮੈਡਮ, ਸਕੂਲਾਂ ਨੂੰ ਬੈਨੀਫਿਟ ਕੋਈ ਨਹੀਂ ਦਿੱਤਾ। ਗਰੀਬ ਮਾਂ-ਬਾਪ ਦੇ ਬੱਚਿਆਂ ਨੂੰ ਇਹ ਨਹੀਂ ਕਿਹਾ ਕਿ ਤੁਹਾਨੂੰ ਤੁਹਾਡੀ ਟਿਊਸ਼ਨ ਫੀਸ ਸਰਕਾਰ ਦੇ ਦੇਗੀ। ਨਹੀਂ, ਮੈਂ ਉਹੀ ਸਵਾਲ ਪੁੱਛ ਰਹੀ ਸੀ, ਤੁਸੀਂ ਰੋਕ ਰਹੇ ਹੋ ਵਿੱਚ, ਪਰ ਮੇਰਾ ਇਸੇ ਨਾਲ ਕੰਸੀਡਰਡ ਸਵਾਲ ਹੈ। ਮੈਂ ਇਹ ਕਹਿਣਾ ਚਾਹੁੰਦੀ ਹਾਂ ਜਿਹੜਾ ਪੈਕੇਜ ਸਰਕਾਰ ਕੋਲ ਤੁਹਾਡਾ ਪਿਆ ਹੈ ਉਹ ਜਿਹੜਾ ਇੱਕ ਪੱਕਾ ਹੀ ਪੈਕੇਜ ਆਪਦਾ ਦੇ ਵਿੱਚ ਹੁੰਦਾ ਹੈ, ਡਿਸਾਸਟਰ ਦੇ ਵਿੱਚ ਹੁੰਦਾ, ਤੁਸੀਂ ਚਾਹੁੰਦੇ ਹੋ ਤੁਹਾਨੂੰ ਮਿਲੇ? ਬਿਲਕੁਲ ਮਿਲੇ ਜੀ। ਅਗਰ ਮੇਰੀ ਗੱਲ ਸੁਣੋ ਜੀ, ਹਾਂਜੀ, ਇਹ ਤਾਂ ਪੋਸੀਬਲ ਨਹੀਂ ਹੈ ਨਾ ਜੀ ਕਿ ਇੱਕ ਪ੍ਰਾਈਵੇਟ ਇੰਸਟੀਟਿਊਸ਼ਨ ਜਿਹਨੂੰ 1 ਰੁਪਏ ਦੀ ਕੋਈ ਬੈਨੀਫਿਟ ਨਹੀਂ ਹੈਗਾ ਜੀ, ਉਹ ਤਾਂ ਉਹ ਫਰਜ਼ ਨਿਭਾਏ ਜਿਹੜਾ ਸਰਕਾਰ ਨੇ ਨਿਭਾਣਾ ਹੈ। ਔਰ ਜਿਹੜਾ ਫੰਡ ਸਰਕਾਰ ਨੇ ਲਿੱਤਾ ਹੋਇਆ ਸਕੂਲਾਂ ਤੋਂ, ਉਹਦੇ 'ਚ ਵੀ ਉਹਦੇ 'ਚ ਵੀ ਕੋਈ ਹੈਲਪ ਨਹੀਂ ਕਰਨਗੇ ਸਕੂਲਾਂ ਦੀ। ਇਹ ਤਾਂ ਟਿਪੀਕਲ ਕੇਸ ਹੈ ਕਿ ਸਰਕਾਰ ਨੇ ਆਪਣਾ ਸਾਰਾ ਬਰਡਨ ਜੀ ਸਕੂਲਾਂ ਤੇ ਪਾਤਾ। ਔਰ ਕਿਸ ਕਾਰਨ ਹੋਇਆ, ਕੀ ਲੱਗਦਾ ਹੈ ਪੁਨੀਤ ਜੀ, ਕਿਸ ਕਾਰਨ ਹੋਇਆ, ਕਿਉਂ ਹੋ ਰਿਹਾ? ਜੋ ਵੀ ਦਲੀਲਾਂ ਵੀ ਲੱਗੀਆਂ ਨੇ, ਜੋ ਹਲਫਨਾਮਾ ਵੀ ਸਾਹਮਣੇ ਆਇਆ ਹੁਣ ਸਰਕਾਰ ਦਾ, ਕਿਉਂ ਲੱਗ ਰਿਹਾ ਤੁਹਾਨੂੰ, ਕੀ ਕਾਰਨ ਹੈ? ਕਾਰਨ ਇਹ ਹੈ ਜੀ ਕਿ ਸਰਕਾਰ ਨੇ ਜਿਹੜਾ ਆਪਣਾ ਬਰਡਨ ਪਾਤਾ ਸਕੂਲਾਂ ਤੇ ਕਿ ਜਿੰਨੇ ਸਕੂਲ ਨੇ ਉਹ ਮੁਫਤ ਚ ਐਜੂਕੇਸ਼ਨ ਦੇਣ। ਹਾਲਾਂਕਿ ਲਾਅ ਕਹਿੰਦਾ ਠੀਕ ਹੈ ਪੁਨੀਤ ਜੀ, ਜੁੜੇ ਰਹੋ, ਆਰਡਰ ਪਾਸ ਨਹੀਂ ਕਰ ਸਕਦੀ। ਜੁੜੇ ਰਹੋ ਸਾਡੇ ਨਾਲ। ਬਾਗੜੀ ਜੀ ਵੀ ਨੇ ਦੂਸਰੇ ਪਾਸੇ। ਜੀ ਬਾਗੜੀ ਜੀ, ਤੁਸੀਂ ਸੁਣ ਰਹੇ ਸੀਗੇ ਪੁਨੀਤ ਜੀ ਕੀ ਕਹਿ ਰਹੇ ਨੇ, ਕੁਝ ਇਸ ਤਰ੍ਹਾਂ ਹੀ ਹੋਇਆ ਕੋਰਟ ਦੇ ਵਿੱਚ? ਮਤਲਬ ਲੱਗ ਰਿਹਾ ਸੀਗਾ ਜੋ ਦਲੀਲਾਂ ਚੱਲ ਰਹੀਆਂ ਸੀਗੀਆਂ ਸਰਕਾਰ ਚਾਹੁੰਦੀ ਹੈ ਸਾਰਾ ਬਰਡਨ ਸਕੂਲਾਂ ਤੇ ਆਏ? ਨਹੀਂ, ਦੇਖੋ ਦਲੀਲਾਂ ਹਰ ਧਿਰ ਨੇ ਆਪਣੀ ਦਲੀਲ ਜਿਹੜੀ ਹੈ ਰੱਖਣੀ ਹੈ, ਰਾਈਟ ਵੀ ਹੈ ਰੱਖਣ ਦਾ। ਠੀਕ ਹੈ, ਹਰ ਇੱਕ ਨੂੰ ਜੋ ਪ੍ਰੋਬਲਮ ਆ, ਜੇ ਪੇਰੈਂਟਸ ਨੂੰ ਪ੍ਰੋਬਲਮ ਸੀ ਅਸੀਂ ਵੀ ਪਹੁੰਚ ਗਏ ਨਾਲ, ਬਰਾਬਰ ਰਿਟ ਫਾਈਲ ਕਰਕੇ ਖੜੇ ਹੋਏ ਆ ਕੋਰਟ ਦੇ ਵਿੱਚ। ਠੀਕ ਹੈ, ਦੇਖੋ ਡਿਸੀਜਨ ਕਰਨਾ ਕੋਰਟ ਨੇ। ਹੁਣ ਜਿਹੜਾ ਸਪੋਜ਼ ਕਰੋ ਮੈਂ ਤੁਹਾਨੂੰ ਕਹਾਂ ਵੀ ਮੈਂ ਬਾਲੀ ਸਾਹਿਬ ਦੀਆਂ ਦਲੀਲਾਂ ਨਾਲ ਸਹਿਮਤ ਹਾਂ, ਫਿਰ ਤਾਂ ਹੁਣ ਤੱਕ ਡਿਸੀਜਨ ਸਾਡਾ ਜਦੋਂ ਕੰਪਰੋਮਾਈਜ਼ ਦੇ ਵਾਸਤੇ ਹੋਇਆ ਸੀ ਉਦੋਂ ਹੀ ਹੋ ਜਾਂਦਾ। ਪ੍ਰੋਬਲਮ ਜਿਹੜੀ ਮਾਪਿਆਂ ਦੀ ਆ ਉਹ ਵੀ ਬਹੁਤ ਜੈਨੂਅਨ ਹੈ ਜੀ, ਔਰ ਉਹ ਜਿਹੜੀ ਨਕਾਰੀ ਨਹੀਂ ਜਾ ਸਕਦੀ। ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਸਾਡਾ ਇੰਡੀਆ 'ਚ ਕਾਨੂੰਨ ਆ, ਮੈਂ ਕਹਿੰਦਾ ਦੇयर ਇਜ਼ ਨੋ ਲਾਅ ਔਨ ਦਿਸ ਯੂਨੀਵਰਸ। ਪੂਰੇ ਮਤਲਬ ਕੰਟਰੀ ਦੇ ਵਿੱਚ, ਪੂਰੇ
ਜਹਾਨ ਦੇ ਵਿੱਚ ਕੋਈ ਏਦਾਂ ਦਾ ਲਾਅ ਨਹੀਂ ਜੀ ਜਿਹਦੇ ਵਿੱਚ ਜਿਹੜੀਆਂ ਤੁਸੀਂ ਸਰਵਿਸਿਜ਼ ਲਈਆਂ ਹੀ ਨਾ ਹੋਣ ਉਹਦੇ ਵਾਸਤੇ ਤੁਹਾਨੂੰ ਪੇ ਕਰਨ ਲਈ ਕਿਹਾ ਜਾਵੇ। ਠੀਕ ਹੈ ਬਾਗੜੀ ਸਾਹਿਬ, ਅਖਿਰਲਾ ਮੈਂ ਦੂਜੀ ਗੱਲ ਮੈਂ ਕਰ ਲੈਣਾ, ਮੈਂ 1 ਮਿੰਟ ਚ ਕਨਕਲੂਡ ਕਰਦਾ। ਠੀਕ ਹੈ ਇਹਨਾਂ ਦਾ ਕੋਈ ਏਦਾਂ ਦਾ ਕੇਸ ਨਹੀਂ ਸੀ ਵੀ ਕੋਈ ਸਰਕਾਰ ਜਾਂ ਕੋਈ ਹੋਰ ਆਰਗੇਨਾਈਜੇਸ਼ਨ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਬੱਚਿਆਂ ਦੇ ਮਾਪਿਆਂ ਨੂੰ ਪੈਸੇ ਦੇ ਰਹੀ ਹੈ ਪਰ ਸਕੂਲਾਂ ਨੂੰ ਨਹੀਂ ਦੇ ਰਹੇ। ਇਹ ਗੱਲ ਵੀ ਕਲੀਅਰ ਹੋ ਗਈ ਹੈ। ਪੇਰੈਂਟਸ ਵੀ ਤਾਂ ਉਹਨਾਂ ਦਾ ਬਿਜ਼ਨਸ ਖਤਮ ਹੋਇਆ ਹੈ, ਉਹ ਵੀ COVID-19 ਕਰਕੇ ਆਇਆ, ਹੁਣ ਤੱਕ ਤਾਂ ਪੇ ਕਰ ਰਹੇ ਸੀ ਨਾ ਸਾਰੇ ਬੱਚੇ ਦੇ ਪੇਰੈਂਟਸ ਵੀ। ਸੋ ਇਹ ਵੀ ਕੋਰਟ ਨੂੰ ਮਤਲਬ ਕਿਹਾ ਦੱਸਿਆ ਗਿਆ ਕੋਰਟ ਨੂੰ, ਬਾਕੀ ਜੋ ਹੈ ਉਹ ਫੈਸਲਾ। ਬਾਲੀ ਸਾਹਿਬ ਅਖੀਰ ਦੇ ਵਿੱਚ ਇਹ ਪੁੱਛਾਂਗੀ ਕੀ ਉਮੀਦ ਲੱਗ ਰਹੀ ਹੈ, ਜੋ ਵੀ ਤੁਹਾਨੂੰ ਲੱਗ ਰਿਹਾ ਕਿ ਸਰਕਾਰ ਜਿਹੜੀ ਹੈ ਹੈਲਪ ਨਹੀਂ ਕਰ ਰਹੀ, ਨਹੀਂ ਲੱਗਦਾ ਕੁਝ ਕਿਤੋਂ ਮਦਦ ਆਏਗੀ ਔਰ ਫੀਸਾਂ ਵੀ ਜਿਹੜੀਆਂ ਨੇ ਤੁਹਾਨੂੰ ਕੀ ਲੱਗਦਾ ਕਿੰਨੀਆਂ ਕੁ ਜਿਹੜਾ ਉਹ ਅਲਾਉ ਹੋਏਗਾ ਸਰਕਾਰ ਉਹਦੇ ਵੱਲੋਂ ਕੋਰਟ ਵੱਲੋਂ? ਜੀ ਦੇਖੋ ਜੀ, ਕੋਰਟ ਅਲਟੀਮੇਟਲੀ ਕੀ ਫੈਸਲਾ ਕਰਦੀ ਹੈ ਇਹ ਪ੍ਰੈਡਿਕਟ ਕਰਨਾ ਮੁਸ਼ਕਿਲ ਹੁੰਦਾ ਹੈ, ਲੇਕਿਨ ਸਾਡਾ ਇਹ ਮੰਨਣਾ ਹੈ ਕਿ ਕੋਰਟ ਸਾਰੇ ਪੱਖਾਂ ਦੀ ਬਹਿਸ ਸੁਣ ਕੇ ਇੱਕ ਬੈਲੈਂਸ ਮੇਨਟੇਨ ਕਰੇਗੀ ਜੀ। ਔਰ ਸਾਡਾ ਮੰਨਣਾ ਇਹੀ ਹੈ ਕਿ ਜੋ ਕਾਨੂੰਨ ਹੈ ਹਿੰਦੁਸਤਾਨ ਦਾ, ਠੀਕ ਹੈ, ਜਿਸ ਤਰ੍ਹਾਂ ਬਾਗੜੀ ਸਾਹਿਬ ਨੇ ਕਿਹਾ ਕਿ ਪੂਰੇ ਯੂਨੀਵਰਸ 'ਚ ਕੋਈ ਕਾਨੂੰਨ ਹੈਗਾ ਨਹੀਂ ਕਿ ਤੁਸੀਂ ਸਰਵਿਸਿਜ਼ ਨਾ ਦਿਓ ਔਰ ਤੁਸੀਂ ਪੈਸੇ ਦਿਓ, ਤੇ ਕਿੱਥੇ ਇਹ ਕਾਨੂੰਨ ਹੈਗਾ ਕਿ ਤੁਹਾਡੇ ਜਿਹੜੇ ਟੀਚਰ ਨੇ ਤੁਹਾਡੀ ਕੰਮ ਨਹੀਂ ਕਰ ਰਹੇ ਲੇਕਿਨ ਤੁਸੀਂ ਫਿਰ ਵੀ ਉਹਨਾਂ ਨੂੰ ਸੈਲਰੀ ਦਿਓਗੇ? ਇਹ ਵੀ ਤਾਂ ਕਾਨੂੰਨ ਕਿੱਥੇ ਨਹੀਂ ਹੈਗਾ ਨਾ। ਪਰ ਇਹ ਵੀ ਹੈ ਕਿ ਜਿੰਨਾ ਹਾਲਾਤਾਂ ਦੇ ਵਿੱਚੋਂ ਫਿਲਹਾਲ ਮਾਪੇ ਗੁਜ਼ਰ ਰਹੇ ਨੇ ਉਹ ਖੈਰ ਦਲੀਲਾਂ ਚੱਲੀਆਂ ਨੇ, ਹੁਣ ਤਾਂ ਇੱਥੇ ਤਾਂ ਚਰਚਾ ਕਰਕੇ ਕੋਈ ਇਸ ਚੀਜ਼ ਤੇ ਤਾਂ ਕੋਈ ਫਾਇਦਾ ਵੀ ਨਹੀਂ ਹੈਗਾ ਕਿਉਂਕਿ ਕੋਰਟ ਅਗਰ ਇਹ ਹਾਲਾਤਾਂ ਦੇ ਹਿਸਾਬ ਨਾਲ ਦਲੀਲਾਂ ਹੈਗੀਆਂ ਨੇ ਤੇ ਕੀ ਕਰਿਆਨੇ ਦੀ ਦੁਕਾਨਾਂ ਤੇ ਸਰਕਾਰ ਨੇ ਕਿਹਾ ਹੈ ਕਿ ਰਾਸ਼ਨ ਫ੍ਰੀ ਵੰਡ ਦਿਓ ਜੀ? ਕੀ ਉਹਨਾਂ ਨੇ ਇਹ ਕਿਹਾ ਕਿ ਐਸੈਂਸ਼ੀਅਲ ਸਰਵਿਸ ਫ੍ਰੀ ਕਰ ਦਿਓ ਜੀ? ਜਿਹੜਾ ਉਹ ਖਾਣ ਪੀਣ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਨਾ, ਐਜੂਕੇਸ਼ਨ ਤਾਂ ਉਸ ਤੋਂ ਬਾਅਦ ਆਉਂਦੀ ਹੈ। ਮੈਨੂੰ ਆਨਸਰ ਦੇ ਦੇਣ ਦਿਓ। ਐਪੀਡੈਮਿਕ ਦੇ ਅੰਡਰ ਤਾਂ ਤੁਸੀਂ ਕੋਈ ਵੀ ਆਰਡਰ ਪਾਸ ਕਰਦੇ ਹੋਗੇ। ਠੀਕ ਹੈ, ਸੋ ਹੁਣ ਜਿੱਥੇ ਤੱਕ ਮੈਨੂੰ ਗੱਲਬਾਤ ਤੋਂ ਪਤਾ ਲੱਗਿਆ ਬਾਗੜੀ ਸਾਹਿਬ ਔਰ ਤੁਹਾਡੀ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿ ਇਹ ਫੈਸਲਾ ਜਿਹੜਾ ਹੋ ਸਕਦਾ ਥੋੜਾ ਜਿਹਾ ਭਾਰੂ ਆ ਸਕਦਾ ਹੈ ਔਰ ਹਾਲਾਂਕਿ ਲੱਗਦਾ ਹੈਗਾ ਪਰ ਹੋ ਸਕਦਾ ਸਰਕਾਰ ਤੋਂ ਵੀ ਕੁਝ ਨਾ ਕੁਝ ਤੁਹਾਨੂੰ ਜਿਹੜਾ ਸਕੂਲਾਂ ਨੂੰ ਪ੍ਰੋਵਾਈਡ ਕਰਾਇਆ ਜਾਵੇ ਯਾਨੀ ਕਿ ਵਿਸ਼ੇਸ਼ ਪੈਕੇਜ ਦੇ ਵਿੱਚ। ਉਸ ਉਮੀਦ ਹੈਗੀ ਆ। ਔਰ ਇੱਕ ਅਖੀਰਲਾ ਸਵਾਲ ਇਹ ਪੁੱਛਣਾ ਚਾਹਾਂਗੀ ਕਿ ਕਦੋਂ ਤੱਕ ਫੈਸਲਾ ਆਏਗਾ ਔਰ ਇਸ ਦੇ ਵਿੱਚ ਸਮਾਂ ਘੱਟ ਹੈ। ਫਿਲਹਾਲ ਮੈਂ ਇਜਾਜ਼ਤ ਲਵਾਂਗੀ ਬਾਲੀ ਸਾਹਿਬ ਤੁਹਾਡੇ ਤੋਂ ਵੀ ਔਰ ਬਾਗੜੀ ਸਾਹਿਬ ਤੁਹਾਡੇ ਤੋਂ ਵੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਧੰਨਵਾਦ ਹੈ ਜੁੜਨ ਦੇ ਲਈ। ਫੈਸਲੇ ਦਾ ਸਵਾਲ ਹੈ ਕਿਉਂਕਿ ਇੰਨੀ ਲੰਬੀ ਆਰਗੂਮੈਂਟ ਕਰਨੀਆਂ 4 ਦਿਨ ਚੱਲੀਆਂ ਨੇ ਤੇ ਇਹ ਆਪਾਂ ਨਹੀਂ ਕਹਿ ਸਕਦੇ ਕਿ ਜੱਜ ਸਾਹਿਬ ਜਿਹੜੇ ਹੈਗੇ ਨੇ ਇੱਕੋ ਦਿਨ ਦੇ ਅੰਦਰ ਫੈਸਲਾ ਕਰ ਦੇਣਗੇ। ਇਹ ਆਬਵੀਅਸਲੀ ਇਹਨਾਂ ਚੀਜ਼ਾਂ 'ਚ ਟਾਈਮ ਲੱਗਦਾ, ਲੇਕਿਨ ਸਾਰਿਆਂ ਨੂੰ ਸਾਨੂੰ ਇਹ ਉਮੀਦ ਹੈ ਕਿ ਜਿੰਨੀ ਜਲਦੀ ਫੈਸਲਾ ਆਏਗਾ। ਠੀਕ ਹੈ, ਇਜਾਜ਼ਤ ਹੈ। ਧੰਨਵਾਦ ਜੀ ਬਹੁਤ ਬਹੁਤ ਜੁੜਨ ਦੇ ਲਈ। ਬਾਗੜੀ ਸਾਹਿਬ ਤੁਹਾਡਾ ਵੀ ਔਰ ਬਾਲੀ ਸਾਹਿਬ ਤੁਹਾਡਾ ਵੀ।